Good morning. Today we are going to start a new topic, capacitance of parallel plate capacitor. बेटा ਸਾਡੇ ਕੋਲ ਇੱਕ ਪੈਰਲਲ ਪਲੇਟ ਕਪੈਸਿਟਰ ਹੈ ਜਿਸ ਦੀ ਬੇਟਾ ਅਸੀਂ ਜਿਹੜੀ ਹੈ ਕਪੈਸਿਟੀ ਜਿਹੜੀ ਨਿਕਾਲਣੀ ਚਾਹੁੰਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਅਸੀਂ ਬੇਟਾ ਡਿਸਕਸ ਕੀਤਾ ਕਿ ਪੈਰਲਲ ਪਲੇਟ ਕਪੈਸਿਟਰ ਜਿਹੜਾ ਹੈ ਇਹਦੇ ਵਿੱਚ ਦੋ ਪਲੇਟਸ ਹੁੰਦੀਆਂ ਨੇ। ਦੋਨਾਂ ਪਲੇਟਸ ਨੂੰ ਇੱਕ ਦੂਸਰੇ ਦੇ ਬੇਟਾ ਅਸੀਂ ਪੈਰਲਲ ਜਿਹੜਾ ਹੈ ਅਰੇਂਜ ਕਰ ਦਿੰਦੇ ਹਾਂ। ਦੋਨਾਂ ਪਲੇਟਸ ਵਿੱਚੋਂ ਇੱਕ ਪਲੇਟ ਜਿਹੜੀ ਹੈ ਉਸ ਨੂੰ ਬੇਟਾ ਅਰਥ ਕੀਤਾ ਜਾਂਦਾ ਹੈ। ਆਓ ਬੇਟਾ ਇਸ ਨੂੰ ਅਸੀਂ ਡਿਟੇਲ 'ਚ ਸਟੱਡੀ ਕਰਦੇ ਹਾਂ। Here you are seeing two parallel plates. ਇੱਕ ਪਲੇਟ ਦਾ ਨੇਮ ਬੇਟਾ ਅਸੀਂ small a ਰੱਖ ਦਿੱਤਾ, ਦੂਸਰੀ ਪਲੇਟ ਜਿਹੜੀ ਹੈ ਉਸ ਦਾ ਨੇਮ ਹੈ small b. These two plates are arranged parallel to each other and d is the distance between these two plates. ਇਹਨਾਂ ਦੋਨਾਂ ਪਲੇਟਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਬੇਟਾ small d ਹੈ। ਬੇਟਾ ਇਹ ਥੱਲੇ ਇਨਸੂਲੇਟਿੰਗ ਸਟੈਂਡਸ ਨੇ, ਗਰਾਊਂਡ ਦੇ ਨਾਲ ਇਹਨਾਂ ਦਾ ਕੰਟੈਕਟ ਨਹੀਂ ਹੈ। plus q is the charge on the plate A, then due to induction minus q is the charge developed or induced on the metal plate B and the net charge on the capacitor is 0. Now we want to calculate its capacity. बेटा ਇਹਦੀ ਕਪੈਸਿਟੀ ਨਿਕਾਲਣੀ ਹੈ ਤੇ ਬੇਟਾ ਸਾਨੂੰ ਕਪੈਸਿਟੀ ਦਾ ਫਾਰਮੂਲਾ ਪਤਾ ਹੈ ਕਿ QC Q/V। ਇਹ ਆਲਰੇਡੀ ਬੇਟਾ ਮੈਂ ਅੱਗੇ ਵੀ ਤੁਹਾਨੂੰ ਜੋੜ ਦੇ ਕੇ ਕਿਹਾ ਸੀ ਕਿ ਜਦੋਂ ਵੀ ਕਿਸੇ ਵੀ ਅਰੇਂਜਮੈਂਟ ਦੀ ਕਪੈਸਿਟੀ ਨਿਕਾਲਣੀ ਹੈ ਤੇ ਤੁਹਾਡਾ ਪਹਿਲਾ ਧਿਆਨ ਸਾਡਾ ਜਾਣਾ ਚਾਹੀਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਪੋਟੈਂਸ਼ੀਅਲ ਪਹਿਲਾਂ ਜਿਹੜਾ ਹੈ ਉਹ ਨਿਕਾਲਿਆ ਜਾਵੇ। ਜਿੰਨੀ ਦੇਰ ਤੱਕ ਸਾਡੇ ਕੋਲ ਪੋਟੈਂਸ਼ੀਅਲ ਦੀ ਵੈਲਿਊ ਨਹੀਂ ਆਏਗੀ ਓਨੀ ਦੇਰ ਤੱਕ ਅਸੀਂ ਜਿਹੜੀ ਹੈ ਕਪੈਸਿਟੀ ਬੇਟਾ ਫਾਈਂਡ ਆਊਟ ਨਹੀਂ ਕਰ ਸਕਦੇ। ਨਾਓ ਪੋਟੈਂਸ਼ੀਅਲ ਡਿਫਰੈਂਸ ਬੇਟਾ ਪਹਿਲਾਂ ਨਿਕਾਲਾਂਗੇ। ਪੋਟੈਂਸ਼ੀਅਲ ਡਿਫਰੈਂਸ ਤੇ ਬੇਟਾ ਇੱਕ ਇਲੈਕਟ੍ਰਿਕ ਫੀਲਡ ਵਿੱਚ ਇੱਕ ਰਿਲੇਸ਼ਨ ਹੈ। ਪਹਿਲਾਂ ਤੈਨੂੰ ਬੇਟਾ ਧਿਆਨ 'ਚ ਰੱਖੋ, E dV/dr। ਜੇ ਪੋਟੈਂਸ਼ੀਅਲ ਡਿਫਰੈਂਸ ਨਿਕਾਲਣਾ ਹੈ ਤੇ ਸਾਨੂੰ ਬੇਟਾ ਇਹ ਫਾਰਮੂਲਾ ਬੇਟਾ ਵਰਤਣਾ ਪਏਗਾ, E dV/dr, that is electric field is given by the negative of potential gradient in magnitude। ਜਿਹੜਾ ਬੇਟਾ ਅਸੀਂ ਸਿਰਫ ਇਹਦੀ ਡਾਇਰੈਕਸ਼ਨ ਨਹੀਂ ਲੈਂਦੇ, ਕੱਲਾ ਮੈਗਨੀਟਿਊਡ ਲੈਂਦੇ ਆ ਤੇ ਸਾਡੇ ਕੋਲ ਆਏਗਾ E dV/dr। E dV/dr। this imply ਸਾਡੇ ਕੋਲ ਜਿਹੜਾ ਹੈ ਪੋਟੈਂਸ਼ੀਅਲ ਜਿਹੜਾ ਹੈ ਚੇਂਜ ਡਿਫਰੈਂਸ ਜਿਹੜਾ ਆਏਗਾ ਉਹ E × ਇਲੈਕਟ੍ਰਿਕ ਫੀਲਡ ਨੂੰ dr ਨਾਲ ਮਲਟੀਪਲਾਈ ਕਰ ਦਾਂਗੇ ਐਂਡ E ਦਾ E ਆ ਗਿਆ ਐਂਡ ਦਿਸ ਇਜ਼ ਦਾ ਪੋਟੈਂਸ਼ੀਅਲ ਡਿਫਰੈਂਸ। ਤੇ ਬੇਟਾ ਅਸੀਂ ਪੋਟੈਂਸ਼ੀਅਲ ਡਿਫਰੈਂਸ ਨੂੰ ਪਿਛਲੇ ਲੈਕਚਰ 'ਚ ਦੱਸਿਆ ਕਿ V ਦੀ ਵੈਲਿਊ ਹੁੰਦੀ ਬੇਟਾ V+ -V-। ਇਸ ਪੋਟੈਂਸ਼ੀਅਲ ਡਿਫਰੈਂਸ ਨੂੰ ਅਸੀਂ ਲਿਖਦੇ ਹਾਂ V। ਇਹਦੀ ਜਗ੍ਹਾ ਤੇ ਬੇਟਾ ਸਾਡੇ ਕੋਲ V ਆ ਜਾਏਗਾ, E ਦਾ E and this is the distance between two plates and distance is small d. It means we will use the formula to calculate the potential. बेटा की formula होएगा, electric field multiplied by the separation between the two plates। हाँ जी, फिर देखो बेटा कैपेसिटी निकालनी है। कैपेसिटी निकालन तो पहला सानू पोटेंशियल निकालना पेगा। ਹੁਣ ਬੇਟਾ ਪੋਟੈਂਸ਼ੀਅਲ ਕਿੱਥੋਂ ਨਿਕਾਲਾਂਗੇ? ਸਾਨੂੰ ਪਤਾ ਹੈ ਕਿ E ਦਾ ਫਾਰਮੂਲਾ -dV/dr, ਨੈਗੇਟਿਵ ਸਾਈਨ ਬੇਟਾ ਮਿਟ ਕਰ ਦਿੱਤਾ, E dV/dr ਵਿੱਚੋਂ ਬੇਟਾ ਅਸੀਂ ਪੋਟੈਂਸ਼ੀਅਲ ਡਿਫਰੈਂਸ ਦਾ ਫਾਰਮੂਲਾ dV EdR ਐਂਡ ਵੀ ਰਾਈਟ ਪੋਟੈਂਸ਼ੀਅਲ ਡਿਫਰੈਂਸ ਐਜ਼ V ਐਂਡ ਡਿਸਟੈਂਸ ਜਿਹੜਾ ਹੈ ਬੇਟਾ ਉਹ ਸਾਡੇ ਕੋਲ ਦੋਨਾਂ ਪਲੇਟਾਂ ਵਿੱਚ D ਹੈ। ਦਿਸ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਦੀ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪਲੇਟਸ। ਨਾਓ ਬੇਟਾ ਪੋਟੈਂਸ਼ੀਅਲ ਡਿਫਰੈਂਸ ਤਾਂ ਨਿਕਲੇਗਾ ਜੇਕਰ ਸਾਨੂੰ ਇਲੈਕਟ੍ਰਿਕ ਫੀਲਡ ਦੀ ਵੈਲਿਊ ਪਤਾ ਹੋਏਗੀ। ਇਹਦਾ ਮਤਲਬ ਹੁਣ ਪੋਟੈਂਸ਼ੀਅਲ ਡਿਫਰੈਂਸ ਨਿਕਾਲਣਾ ਹੈ ਤੇ ਪਹਿਲਾਂ ਸਾਨੂੰ ਇਲੈਕਟ੍ਰਿਕ ਫੀਲਡ ਨਿਕਾਲਣਾ ਪਏਗਾ। ਤੇ ਬੇਟਾ ਕਿਹੜਾ ਇਲੈਕਟ੍ਰਿਕ ਫੀਲਡ? ਜਿਹੜਾ ਇਲੈਕਟ੍ਰਿਕ ਫੀਲਡ ਕਪੈਸਿਟਰ ਦੀ ਪਲੇਟਸ ਦੇ ਅੰਦਰ ਜਿਹੜਾ ਹੈ ਬੇਟਾ ਐਗਜ਼ਿਸਟ ਕਰਦਾ ਹੈ। ਬੇਟਾ ਇਲੈਕਟ੍ਰਿਕ ਫੀਲਡ ਹਮੇਸ਼ਾ ਪੋਜ਼ਿਟਿਵ ਟੂ ਨੈਗੇਟਿਵ ਵਾਲੇ ਪਾਸੇ ਜਾਂਦਾ ਹੈ ਐਂਡ we represent it with the help of a parallel lines. It means there is uniform electric field exist between the plates of the capacitor provided the separation between the plates is very small.
ਨਾਓ ਬੇਟਾ ਹੁਣ ਪਿਛਲਾ ਆਰਟੀਕਲ ਬੇਟਾ ਗੌਸੀਸ ਥਿਊਰਮ ਦੇ ਅਕੋਰਡਿੰਗ ਚਲੀਏ ਅਸੀਂ ਇੱਕ ਚੀਜ਼ ਪ੍ਰੂਵ ਕੀਤੀ ਸੀ ਕਿ ਜਦੋਂ ਸਾਡੇ ਕੋਲ ਦੋ ਪਲੇਟਸ ਹੋਣ ਇੱਕ ਦੂਸਰੇ ਦੇ ਪੈਰਲਲ ਹੋਣ ਇੱਕ ਦੀ ਸਰਫੇਸ ਚਾਰਜ ਡੈਂਸਿਟੀ ਪਲੱਸ ਚ ਹੋਵੇ ਦੂਸਰੀ ਦੀ ਸਰਫੇਸ ਚਾਰਜ ਡੈਂਸਿਟੀ ਬੇਟਾ ਨੈਗੇਟਿਵ ਹੋਵੇ ਤੇ ਪੈਰਲਲ ਪਲੇਟ ਦੇ ਅੰਦਰ ਬੇਟਾ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਹੈ it is equal to sigma over epsilon naught E ਦੀ ਵੈਲਿਊ ਬੇਟਾ ਮੈਂ ਸਾਈਡ ਤੇ ਲਿਖ ਦਿੰਦਾ ਹਾਂ E is equal to sigma divided by epsilon naught. This is the value of electric field which exists inside the two plates having different surface charge density. ਹਾਂਜੀ ਬੇਟਾ ਹੁਣ ਸਾਰਾ ਜਿਹੜਾ ਆਰਟੀਕਲ ਤੁਹਾਡੇ ਬ੍ਰੇਨ 'ਚ ਬੇਟਾ ਸੈੱਟ ਹੋ ਗਿਆ ਬਸ ਹੁਣ ਸਾਡਾ ਇਹਨੂੰ ਅਸੀਂ ਹੁਣ ਸਿਸਟਮੈਟਿਕ ਕਰਨ ਲੱਗੇ ਹਾਂ ਨਿਕਾਲਣੀ ਕਪੈਸਿਟੀ ਹੈ ਕਪੈਸਿਟੀ ਤੋਂ ਪਹਿਲਾਂ ਅਸੀਂ ਨਿਕਾਲਾਂਗੇ ਪੋਟੈਂਸ਼ੀਅਲ ਨਿਕਾਲਣ ਵਾਸਤੇ ਫਾਰਮੂਲਾ ਜਿਹੜਾ ਯੂਜ਼ ਕੀਤਾ ਜਾਏਗਾ E ਮਲਟੀਪਲਾਈ ਬਾਈ D ਤੇ ਬੇਟਾ E ਜਿਹੜਾ ਹੈ ਇਲੈਕਟ੍ਰਿਕ ਫੀਲਡ ਜਿਹੜਾ ਹੈ ਕਪੈਸਿਟਰ ਦੇ ਅੰਦਰ ਜਿਸ ਦੀ ਵੈਲਿਊ ਬੇਟਾ ਹੁੰਦੀ ਹੈ ਸਿਗਮਾ ਓਵਰ ਐਪਸਾਈਲੋਨ ਨਾਟ ਇਹ ਵੈਲਿਊ ਕਿੱਥੋਂ ਆਈ ਇਹਦੇ ਵਾਸਤੇ ਬੇਟਾ ਤੁਸੀਂ ਪਿੱਛੇ ਜਿਹੜਾ ਆਰਟੀਕਲ ਅਸੀਂ ਗੌਸੀ ਥਿਊਰਮ ਦੀ ਐਪਲੀਕੇਸ਼ਨ ਕਰਾਈ ਹੈ ਉਹ 'ਚ ਤੁਸੀਂ ਜਾ ਕੇ ਇਹਨੂੰ ਦੇਖ ਸਕਦੇ ਹੋ ਹਾਂਜੀ ਬੇਟਾ ਕਲੀਅਰ ਨਾਓ ਹਾਊ ਟੂ ਕੈਲਕੂਲੇਟ ਦਾ ਕੈਪੈਸਿਟੀ ਬੇਟਾ ਮੈਂ ਨਾਲ ਰਬ ਕਰਨ ਲੱਗਾ ਹੁਣ ਇਹਨੂੰ ਸਿਸਟਮੈਟਿਕ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਪੈਸਿਟੀ ਨਿਕਾਲਣ ਵਾਸਤੇ ਸਾਡੇ ਕੋਲ ਫਾਰਮੂਲਾ ਹੈ C is equal to Q divided by V. Now we know that बेटा तुसी लिख भी सकते हो we know that electric field is given by minus dV over dr that is negative of the potential gradient ਅੱਗੇ ਲਿਖੋ ਬੇਟਾ in magnitude ਕੱਲਾ ਜੇ ਮੈਗਨੀਟਿਊਡ ਹੀ ਦੇਖਣਾ ਹੈ ਤੇ ਬੇਟਾ ਸਾਡੇ ਕੋਲ ਜਿਹੜੀ ਵੈਲਿਊ ਆਏਗੀ E is equal to dV over dr. This is small change in potential due to small change in distance. ਤੇ ਬੇਟਾ ਸਾਡਾ ਟੋਟਲ ਡਿਸਟੈਂਸ ਤੇ d ਹੈ ਤੇ ਟੋਟਲ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਸਾਡਾ ਬੇਟਾ v ਹੈ therefore we can write E is equal to ਇਹਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ ਬੇਟਾ v ਡਿਵਾਈਡਡ ਬਾਈ ਸਾਡੇ ਕੋਲ ਆ ਜਾਏਗਾ ਬੇਟਾ d ਵੈਸੇ ਐਕਚੁਅਲੀ v ਦੀ ਵੈਲਿਊ ਹੈ ਕਿਹੜੀ ਇਟ ਇਜ਼ ਦ ਪੋਟੈਂਸ਼ੀਅਲ ਡਿਫਰੈਂਸ v plus minus v negative divided by d. This is the potential difference between the two plates. ਕਈ ਵਾਰੀ ਬੇਟਾ ਇਹਨੂੰ ਅਸੀਂ potential of a capacitor ਤੇ ਬੋਲਦੇ ਹਾਂ ਐਕਚੁਅਲੀ ਹੈ ਕੀ ਹੈ this is the potential difference between the two metallic plates. High potential minus low potential divided by beta separation आ गई. Now E is equal to V over D. This imply बेटा विचों असी V दी जड़ी वैल्यू निकालते हैं ए मल्टीप्लाई हो जाएगा we get V is equal to E. V दी वैल्यू साढ़े को ला जाएगी बेटा इलेक्ट्रिक फील्ड मल्टीप्लाई बाय डिस्प्लेसमेंट जस्ट वर्ड है बेटा ईद वैसे तुहानू याद रखने का तरीका दस रहे हैं पोटेंशियल डिफरेंस जो भी कैपेसिटर दे विच निकालना है प्लेट विच याद कर लो बेटा ईद उसकी स्पेलिंग है ई ते डी हाँ जी बेटा क्लियर पोटेंशियल डिफरेंस की वैल्यू आ गई नाउ व्हाट इज द वैल्यू ऑफ इलेक्ट्रिक फील्ड इनसाइड द कैपेसिटर बेटा हम ਉਹਦੇ ਬਾਰੇ ਅਸੀਂ ਲਿਖਦੇ ਹਾਂ बेटा ਇਹਨੂੰ मैं रब कर लगा नाउ इलेक्ट्रिक फील्ड इनसाइड the capacitor is uniform electric field बेटा ਜਿਹੜਾ कैपेसिटर ਦੇ ਅੰਦਰ ਹੈ ਇੱਕ ਤੇ बेटा uniform ਹੁੰਦਾ ਹੈ ਤੇ ਦੂਸਰਾ electric field ਜਿਹੜਾ ਹੈ ਉਸ ਦੀ ਜਿਹੜੀ ਵੈਲਿਊ ਹੈ it is given by E equal to sigma divided by epsilon naught electric field ਦੀ ਵੈਲਿਊ ਆ ਗਈ बेटा sigma by epsilon naught and E is equal to बेटा ਜਿਹੜਾ सिग्मा है ਤੁਹਾਨੂੰ ਪਤਾ है कि चार्ज divided by area sigma surface charge density it is charge per unit area
डिवाइडेड बाय साडे कोल आ जाएगा बेटा एप्सिलॉन नॉट E इज इक्वल टू Q ओवर A एप्सिलॉन नॉट। दिस इज द वैल्यू ऑफ इलेक्ट्रिक फील्ड। बेटा आ वाली इलेक्ट्रिक फील्ड की वैल्यू असी इत्थे पुट कर देंगे। देयरफॉर साडे कोल बेटा जिहड़ा पोटेंशियल डिफरेंस आएगा इट विल बी इक्वल टू Q डिवाइडेड बाय A एप्सिलॉन नॉट ते बेटा नाल मल्टीप्लाई हो जाएगा साडे कोल बेटा D। जे बेटा असी D नू कैलकुलेट पोटेंशियल डिफरेंस नू असी बेटा कैलकुलेट कर लिया। हुण बेटा आ जिहड़ी V दी वैल्यू है इक्वेशन नंबर जिहड़ी 1 दे विच बेटा इत्थे पुट कर दिंदे हां। देयरफॉर इक्वेशन 1 will become बेटा इक्वेशन 1 साडी की बन जाएगी C इक्वल टू Q डिवाइडेड बाय बेटा V दी वैल्यू इत्थे भी Q आ गया स्मॉल d डिवाइडेड बाय A एप्सिलॉन नॉट। Q नाल Q बेटा कैंसल A एप्सिलॉन नॉट ऊपर चला जाएगा साडी को वैल्यू आएगी A एप्सिलॉन नॉट divided by D. This is the formula of capacitance of a parallel plate capacitor। हाँ जी, पैरेलल प्लेट कैपेसिटर दी जिहड़ी कैपेसिटी है उसका जिहड़ा फार्मूला है बेटा नोट कर लो इसनू। C इक्वल टू साडे को आ गया बेटा एप्सिलॉन नॉट नाल आ गया A डिवाइडेड बाय बेटा T आ गया। दिस इज द कैपेसिटी ऑफ ए पैरेलल प्लेट capacitor। Now from this formula we find that बेटा डिस्कशन कर लगे हैं इस फॉर्मूले तो बेटा सानू की पता लग रहा है कैपेसिटी जिहड़ी है इनवर्सली प्रोपोर्शनल टू सेपरेशन बिटवीन द टू प्लेट्स। नंबर 1 मान लो ਜਿਹੜੀਆਂ ਦੋ ਪਲੇਟਸ ਸੀ ਸਾਡੀ ਬੇਟਾ ਉਹਨਾਂ ਦਾ ਏਰੀਆ ਆਪਾਂ ਚੇਂਜ ਨਹੀਂ ਕੀਤਾ। ਵਿੱਚ 에ਅਰ ਹੀ ਸਾਡੇ ਕੋਲ ਬੇਟਾ ਇਨਸੂਲੇਟਿੰਗ ਜਿਹੜਾ ਮਟੀਰੀਅਲ ਹੈ 에ਅਰ ਹੀ ਹੈ ਕਿਉਂਕਿ ਐਪਸਾਈਲਨ ਨॉट ਚੱਲ ਰਿਹਾ। ਅਸੀਂ ਪਲੇਟ ਦਾ ਏਰੀਆ ਨਹੀਂ ਚੇਂਜ ਕੀਤਾ, ਮਟੀਰੀਅਲ ਅਸੀਂ ਅੰਦਰ ਜਿਹੜਾ ਨਹੀਂ ਚੇਂਜ ਕੀਤਾ, ਸਿਰਫ ਤੇ ਸਿਰਫ ਬੇਟਾ ਅਸੀਂ ਡਿਸਟੈਂਸ ਬਾਰੇ ਗੱਲ ਕਰਨ ਲੱਗੇ ਹਾਂ। ਜੇ ਅਸੀਂ ਪਲੇਟਸ ਵਿੱਚ ਬੇਟਾ ਸੈਪਰੇਸ਼ਨ ਵਧਾ ਦਾਂਗੇ, ਜੇ ਪਲੇਟਸ ਨੂੰ ਬੇਟਾ ਅਸੀਂ ਦੂਰ ਕਰ ਦਾਂਗੇ, if D increases then what will happen to the capacity? बेटा D ਵਧਣ ਦੇ ਨਾਲ ਸਾਡੀ ਜਿਹੜੀ ਹੈ ਕੈਪੈਸਿਟੀ ਜਿਹੜੀ ਹੈ ਉਹ ਡਿਕਰੀਜ਼ ਹੋ ਜਾਏਗੀ because both are inversely। ਜੇ D ਡਿਕਰੀਜ਼ ਹੋਏਗਾ ਤੇ ਕੈਪੈਸਿਟੀ ਇਨਕਰੀਜ਼ ਹੋਏਗੀ। ਪਿਛਲੇ ਲੈਕਚਰ 'ਚ ਬੇਟਾ ਮੈਂ ਗੱਲ ਕੀਤੀ ਸੀ ਕਿ ਇੱਕ ਸਿੰਗਲ ਕੰਡਕਟਰ ਨੂੰ ਵੀ ਅਸੀਂ ਕੈਪੈਸਿਟਰ ਕਹਿ ਸਕਦੇ ਹਾਂ ਕਿਉਂਕਿ ਉਹਦੀ ਜਿਹੜੀ ਦੂਸਰੀ ਪਲੇਟ ਹੈ ਬੇਟਾ ਇਨਫਿਨਿਟੀ ਤੇ ਹੈ ਤੇ बेटा बहुत दूर प्लेट है, डिस्टेंस इन्ना ज्यादा है साडा उस टाइम ते फिर वो सिंगल कंडक्टर दी बेटा कैपेसिटी जिहड़ी है बहुत घट हुंदी है। हाँ जी बेटा क्लियर? कैन यू से द कैपेसिटी ऑफ ए सिंगल कंडक्टर एज ए कैपेसिटर? यस, यू कैन से इट एज ए कैपेसिटर बिकॉज इट्स अदर प्लेट is at infinite distance if the distance is very very large and hence the capacity of a single plate is very very less। Now second point you note C ਜਿਹੜਾ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਬੇਟਾ ਏਰੀਆ ਦੇ ਉੱਪਰ ਵੀ ਡਾਇਰੈਕਟਲੀ ਆ ਰਿਹਾ। ਜਿੰਨਾ ਏਰੀਆ ਪਲੇਟਸ ਦਾ ਜ਼ਿਆਦਾ ਹੋਏਗਾ ਉਹਦਾ ਸਾਈਜ਼ ਜ਼ਿਆਦਾ ਹੋਏਗਾ ਤੇ ਕੈਪੈਸਿਟੀ ਬੇਟਾ ਆਲਰੇਡੀ ਡਿਸਕਸ ਕੀਤਾ ਹੈ ਕਿ ਕੈਪੈਸਿਟੀ ਸਾਈਜ਼ ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ। ਜਿੰਨਾ ਪਲੇਟਾਂ ਦਾ ਏਰੀਆ ਜ਼ਿਆਦਾ ਹੋਏਗਾ ਉਹਨਾਂ ਜ਼ਿਆਦਾ ਆਪਣੇ ਉੱਪਰ ਉਹ ਚਾਰਜ ਜਿਹੜਾ ਸਟੋਰ ਕਰੇਗਾ, ਓਨੀ ਜ਼ਿਆਦਾ ਬੇਟਾ ਉਹਦੀ ਜਿਹੜੀ ਹੈ ਕੈਪੈਸਿਟੀ ਜਿਹੜੀ ਹੈ ਉਹ ਇਨਕਰੀਜ਼ ਹੋਏਗੀ। हाँ जी बेटा एक पिछे असी कैपेसिटी का फार्मूला पढ़िया सी कि की तुसी मैनू दस सकते हो कि यह फार्मूला किस चीज का है? बेटा हैगा ते कैपेसिटी का ही है पर यह कैपेसिटर सीगा एक सिंगल सफेरिकल शेप कंडक्टर। यह सफेरिकल शेप कंडक्टर की कैपेसिटी है। अज जिहड़ी आ कैपेसिटी आई है बेटा यह पैरेलल प्लेट जिहड़ियां ने उन्हां दी कैपेसिटी है। इसदा मतलब जे शेप चेंज हो रही है, इत्थे सफेरिकल सी इत्थे बेटा पैरेलल प्लेट्स ने प्लेन प्लेट्स ते बेटा दोनों दी कैपेसिटी विच देखो बेटा डिफरेंस आ गया। इहदा मतलब कैपेसिटी जिहड़ी है एक साइज ते डिपेंड करती है, एक कैपेसिटी जिहड़ी है बेटा साडी जिहड़ी है शेप ऑफ दी कैपेसिटर ओदे अकॉर्डिंग भी वेरी करती है। नाउ तीसरा केस बेटा असी इथों डिस्कस करते हाँ
ਬੇਟਾ ਦਿਸ ਇਜ਼ ਐਪਸਾਈਲੋਨ ਨॉट। ਮੰਨ ਲਓ ਕਿ ਸਾਡੇ ਕੋਲ ਜਿਹੜੀਆਂ ਦੋ ਪਲੇਟਸ ਸੀਗੀਆਂ ਬੇਟਾ, ਉਹਦੇ ਵਿੱਚ ਜਿਹੜਾ ਹੈ 에ਅਰ ਨਹੀਂ ਹੈ, ਉਹਦੇ ਵਿੱਚ ਕੋਈ ਨਾ ਕੋਈ ਅਸੀਂ ਬੇਟਾ ਡਾਈਲੈਕਟ੍ਰਿਕ ਮੀਡੀਅਮ, ਇਨਸੂਲੇਟਿੰਗ ਮੀਡੀਅਮ ਵਿੱਚ ਪਾ ਦਿੱਤਾ। ਦੋ ਪਲੇਟਾਂ ਵਿੱਚੋਂ 에ਅਰ ਨਿਕਾਲ ਕੇ ਵਿੱਚ ਬੇਟਾ ਕੋਈ ਨਾ ਕੋਈ ਅਸੀਂ ਡਾਈਲੈਕਟ੍ਰਿਕ ਮੀਡੀਅਮ ਵਿੱਚ ਪਾ ਦਿੱਤਾ, ਤੇ ਉਸ ਟਾਈਮ ਤੇ ਸਾਡੀ ਕਪੈਸਿਟੀ ਜਿਹੜੀ ਹੈ ਉਹਦਾ ਨਾਮ ਹੋਏਗਾ CM, capacity of a medium with dielectric medium. Capacity of a parallel plate capacitor with dielectric medium will become epsilon A divided by D। बेटा इत्थे जीरो नहीं पावांगे थल्ले, क्योंकि ए permittivity of free space, now this is a permittivity of the medium, क्योंकि अंदर कोई ना कोई मीडियम आ गया, उस टाइम ते बेटा साडे कोल सिंपल आएगा permittivity of the medium। now फस्ट ਚੈਪਟਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਸਾਡੇ ਕੋਲ ਜਿਹੜਾ ਡਾਈਲੈਕਟ੍ਰਿਕ ਕਨਸਟੈਂਟ ਹੁੰਦਾ ਹੈ, ਇਟ ਇਜ਼ ਦਾ ਰੇਸ਼ੋ ਆਫ permittivity of the medium to the permittivity of free space। डाइलैक्ट्रिक कांस्टेंट ਜਿਹੜਾ ਹੈ it is a ratio of permittivity of medium to the permittivity of free space। ਇਹਦੇ ਵਿੱਚੋਂ ਬੇਟਾ ਅਸੀਂ ਵੈਲਿਊ ਐਪਸਾਈਲੋਨ ਦੀ ਵੈਲਿਊ ਨਿਕਾਲਦੇ ਹਾਂ। ਦਿਸ ਇੰਪਲਾਈ ਐਪਸਾਈਲੋਨ ਦੀ ਵੈਲਿਊ ਸਾਡੇ ਕੋਲ ਕਿੰਨੀ ਆਏਗੀ, ਇਹ ਉੱਪਰ ਚਲਾ ਜਾਏਗਾ, we get k ਐਪਸਾਈਲੋਨ ਨॉट। ਸਾਡੇ ਕੋਲ ਜਿਹੜੀ ਹੈ ਐਪਸਾਈਲੋਨ ਦੀ ਵੈਲਿਊ ਜਿਹੜੀ ਆ ਜਾਏਗੀ ਸਾਡੇ ਕੋਲ k ਮਲਟੀਪਲਾਈ ਬਾय ਐਪਸਾਈਲੋਨ ਨॉट ਆ ਜਾਏਗੀ ਬੇਟਾ। ਕਲੀਅਰ। ਨਾਓ we will put the value of epsilon in this equation। बेटा इत्थे असी epsilon ਦੀ ਜਿਹੜੀ ਹੈ ਉਹ ਵੈਲਿਊ ਅਸੀਂ ਪੁੱਟ ਕਰ ਦਿੰਦੇ ਹਾਂ, and we get C medium capacity capacitor ਦੀ with medium ਸਾਡੇ ਕੋਲ ਬੇਟਾ ਇੱਥੇ ਆ ਜਾਏਗਾ K, ਨਾਲ ਆ ਜਾਏਗਾ epsilon naught, ਅੱਗੇ ਆ ਗਿਆ capital A divided by capital small d। now what is this बेटा इसनूं ध्यान ना देखो, ਇਹ ਫਿਰ ਉਹੀ ਵੈਲਿਊ ਆ ਗਈ ਜਿਹੜੀ ਕਪੈਸਿਟੀ ਜਦੋਂ 에ਅਰ ਸੀਗੀ। ਇਹਦਾ ਮਤਲਬ ਮੀਡੀਅਮ ਵਾਲੀ ਜਿਹੜੀ ਕਪੈਸਿਟੀ ਹੈ ਇਟ ਇਜ਼ k ਟਾਈਮਸ the capacity of a capacitor when the medium is air। ਜਦੋਂ ਵਿੱਚ ਬੇਟਾ ਮੀਡੀਅਮ 에ਅਰ ਸੀ ਉਹਦੇ ਨਾਲੋਂ k ਟਾਈਮਸ ਕਪੈਸਿਟੀ ਹੁੰਦੀ ਹੈ ਬੇਟਾ ਮੀਡੀਅਮ ਦੀ। ਇਹਦਾ ਮਤਲਬ ਕਪੈਸਿਟੀ ਵਧਾਉਣ ਦੇ ਬੇਟਾ ਤਿੰਨ ਤਰੀਕੇ ਅੱਜ ਤੋਂ ਨੋਟ ਕਰੋ। एरिया इंक्रीज करो, कैपेसिटी इंक्रीज, डिस्टेंस नू डिक्रीज करो तां भी कैपेसिटी इंक्रीज। एयर दी जगह ते कोई ना कोई विच मीडियम पुट करोगे देन कैपेसिटी विल बिकम k टाइम्स। कैपेसिटी भी तुहाडी बेटा k टाइम्स बचेगी। ਇਹਦਾ मतलब पेपर विच बेटा आम तौर ते क्वेश्चन पूछा जाता है कि पैरेलल प्लेट कैपेसिटर दी कैपेसिटी ਵਧਾਉਣ ਦਾ कोई तरीका दसो। बेटा एक तरीका नहीं है, तीन तरीके ने, by increasing the surface area of the plates, by decreasing the separation, and by putting some dielectric medium between the parallel plates। हाँ जी बेटा क्लियर। now एक बेटा ਜਿਹੜੀ ਬਹੁਤ ਹੀ ਇੰਪੋਰਟੈਂਟ ਜਿਹੜੀ ਚੀਜ਼ ਹੈ ਇਸ ਨੂੰ ਜਰਾ ਸਮਝਣ ਦੀ ਕੋਸ਼ਿਸ਼ ਕਰਨਾ। ਇਹ ਤੁਹਾਨੂੰ ਜਿਹੜੀ ਕਨਸੈਪਚੁਅਲ ਜਿਹੜੀਆਂ ਪ੍ਰੋਬਲਮਸ ਨੇ ਸਾਡੀਆਂ ਬੇਟਾ ਉਹਦੇ ਵਿੱਚ ਕਾਫੀ ਜ਼ਿਆਦਾ ਬੇਟਾ ਤੁਹਾਡੇ ਹੈਲਪਫੁਲ ਹੋਏਗੀ। ਇਸ ਨੂੰ ਥੋੜਾ ਜਿਹਾ ਬੇਟਾ ਜ਼ੋਰ ਦੇ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਲੈਟਸ ਸਟਾਰਟ। ਬੇਟਾ ਸਾਨੂੰ ਪਤਾ ਹੈ ਕਿ Q ਦਾ ਜਿਹੜਾ ਫਾਰਮੂਲਾ ਹੈ Q is equal to CV। Q is equal to CV। बेटा सारियां दी जिहड़ी पावर है बेटा 1 है। देखो ध्यान नाल Q वेरिएबल है, चार्ज नूं असीं बेटा स्टोर करी जावांगे, चार्ज वधदा जाएगा, त्यों तो पोटेंशियल भी बेटा साडा वधदा जाएगा। ते जिहड़ी है कांस्टेंट विच आया सी बेटा साडा दैट इज कॉल्ड द कैपेसिटेंस। यह इक्वेशन साडी बेटा y equal to mx ਦੇ ਨਾਲ ਬੇਟਾ ਮੇਲ ਖਾਂਦੀ ਹੈ। ਇਹਨੂੰ ਧਿਆਨ ਨਾਲ ਦੇਖੋ, q is equal to cv, y equal to mx। ਤੇ ਬੇਟਾ ਆਹ ਵਾਲੀ ਜਿਹੜੀ ਇਕੁਏਸ਼ਨ ਹੈ this is the equation of straight line। ਬੇਟਾ ਇਹ ਤੇ straight line ਦੀ ਇਕੁਏਸ਼ਨ ਹੈ।
ਲੀਨੀਅਰ ਇਕੁਏਸ਼ਨ ਹੈ बेटा ए दी पावर भी 1 है तो वेरिएबल बेटा ए दी पावर भी 1 है। इथे दो वेरिएबल y ते x ने, इथे साडे को बेटा जेड़ा दो वेरिएबल ने, एक q ते एक बेटा साडे को पोटेंशियल है। जेड़ा m बेटा विच कांस्टेंट है इस नू असी बोलदे हां स्लोप। इनू बेटा स्लोप ऑफ स्ट्रेट लाइन कहा जाता है, स्लोप ऑफ स्ट्रेट लाइन। हाँ जी बेटा क्लियर। ਤੇ ਜੇ ਆ ਸਲੋਪ ਹੈ ਤੇ ਬੇਟਾ ਧਿਆਨ ਰੱਖਣਾ ਹੈ ਕਿ ਸਾਡੇ ਕੋਲ m ਦੇ ਕੋਰਸਪੋਂਡਿੰਗ ਕਿਹੜੀ ਚੀਜ਼ ਹੈ, y ਦੇ ਕੋਰਸਪੋਂਡਿੰਗ q ਹੋ ਗਿਆ, ਇੱਕ ਵੇਰੀਏਬਲ x ਦੇ ਕੋਰਸਪੋਂਡਿੰਗ ਸਾਡਾ ਪੋਟੈਂਸ਼ੀਅਲ ਹੋ ਗਿਆ, ਤੇ ਸਾਡਾ ਜਿਹੜਾ ਬੇਟਾ ਸਲੋਪ ਹੈ ਉਹ ਆ ਗਿਆ ਬੇਟਾ ਸਾਡਾ ਕਪੈਸਿਟੈਂਸ। ਹਾਂਜੀ ਬੇਟਾ ਕਲੀਅਰ। if we plot the graph between बेटा जे असी ग्राफ प्लॉट करिए, एक साइड दे उत्ते असी Q नू प्लॉट कर दिए, एक साइड दे उत्ते असी बेटा V प्लॉट कर दिए, क्योंकि बेटा Q Y दे हिसाब नाल चलेगा, V X दे अकॉर्डिंग चलेगा। ते बेटा आ ते इक्वेशन स्ट्रेट लाइन दे नाल मेल खा रही है, सेम इक्वेशन लग रही है। एदा मतलब साडा जेड़ा ग्राफ आएगा इट विल बी ए स्ट्रेट लाइन। नाउ क्वेश्चन arises, what is the shape of the graph between charge supplied to the plates and potential developed। इन्हां दोनों दे विच जिहड़ा ग्राफ आएगा बेटा that graph will be a straight line graph आएगा। and what the slope of the graph represents, बेटा जिहड़ा ग्राफ दा जिहड़ा स्लोप है वो सानू की रिप्रेजेंट करेगा, and slope will gives us c, कैपेसिटी बारे बेटा दसेगा। जिन्ना स्लोप ज्यादा होएगा बेटा, स्लोप एंगल ते डिपेंड करता जी। जे आ लाइन लावां बेटा एदा एंगल घट है, एदा स्लोप घट है, एदा स्लोप होर ज्यादा हो गया, एदा होर ज्यादा हो गया। जिन्ना स्लोप वादा जाएगा ओनी साडी बेटा जिहड़ी कैपेसिटी है वो वादी जाएगी। पर ध्यान देना है बेटा y एक्सिस वाले पासे चार्ज नू प्लॉट करना जी, ते x एक्सिस वाले पासे ਅਸੀਂ पोटेंशियल प्लॉट करना है। तो जे बेटा उल्ट कर देते, इधर पोटेंशियल प्लॉट कर दोगे, इधर चार्ज प्लॉट कर दोगे, तो बेटा फिर साडा जेड़ा है ना आंसर उल्ट आएगा। स्लोप रेसिप्रोकल हो जाएगा 1/c, फिर उल्ट आएगा। जिन्ना स्लोप ज्यादा होएगा ओनी कैपेसिटी घट होएगी। हाँ जी फिर देखो बेटा ध्यान नाल, बहुत इंपॉर्टेंट है। Q = CV, इक्वेशन किहदे नाल मेल खांदी है, y = mx, इक्वेशन ऑफ स्ट्रेट लाइन नाल मेल खा रही है। ਤੇ ਜੇ Q ਵਿੱਚ ਤੇ V ਦੇ ਵਿੱਚ ਅਸੀਂ ਗ੍ਰਾਫ ਪਲਾਟ ਕਰੀਏ, ਦੈਨ ਗ੍ਰਾਫ ਦੀ ਜਿਹੜੀ ਸਾਡੀ ਸ਼ੇਪ ਆਏਗੀ ਇਟ ਵਿਲ ਬੀ ਅ ਸਟ੍ਰੇਟ ਲਾਈਨ। ਤੇ ਉਸ ਤੋਂ ਬਾਅਦ ਅਸੀਂ ਪੜਿਆ ਕਿ ਜਿਹੜਾ ਸਲੋਪ ਹੋਏਗਾ, ਸਲੋਪ ਸਾਨੂੰ ਕਾਦੀ ਵੈਲਿਊ ਦੱਸੇਗਾ, ਸਲੋਪ ਵਿਲ ਗਿਵਸ ਅਸ ਦੀ ਵੈਲਿਊ ਆਫ ਕੈਪੈਸਿਟੈਂਸ। ਉਹ ਸਾਨੂੰ ਬੇਟਾ ਕੈਪੈਸਿਟੈਂਸ ਦੀ ਵੈਲਿਊ ਬਾਰੇ ਦੱਸੇਗਾ। ਹਾਂਜੀ ਕਲੀਅਰ। ਨਾਓ ਇਫ we plot the charge along y axis and potential along x axis, then slope जिन्ना ज्यादा ओनी कैपेसिटी ज्यादा। तो जे असी उल्ट प्लॉट कर दोगे, इधर पोटेंशियल कर दोगे, इधर असी बेटा कर देने चार्ज, फिर स्लोप जे ज्यादा होएगा तो साडी कैपेसिटी बेटा जिहड़ी है ओनी घट जाएगी। हाँ जी बेटा क्लियर है। इस चीज नू याद करके असी बेटा एक प्रॉब्लम मैं लिखन लगा, इस दा बेटा तुसी अपने आप मैनू आंसर दिओ। नाउ दिस इज द वेरिएशन ऑफ V, इधर पोटेंशियल है, इधर नू असी चार्ज नू प्लॉट कर दिता है। दिस इज द ओरिजिन, ते अंडरस्टूड है साडा जेड़ा ग्राफ आएगा ओरिजिन च लंघेगा ते स्ट्रेट लाइन आएगा। साडे को बेटा दो ग्राफ ने, एक ग्राफ A कैपेसिटर दा है, दूसरा ग्राफ B कैपेसिटर दा है। नाउ प्लीज टेल मी विच कैपेसिटर हैव मोर कैपेसिटी, किस दी कैपेसिटी ज्यादा होएगी। एक कैपेसिटर का नाम A है, एक कैपेसिटर का नाम B है। A दी कैपेसिटी मान लो C है, A दी कैपेसिटी बेटा CB। इन्हां दोनों च दसो भी की दी कैपेसिटी ज्यादा होएगी। असी बेटा हुणे की पढ़िया, जिन्ना स्लोप ज्यादा होएगा, देखो Q बेटा पहला Q चेक करो, Q y वाले पासे है, हाँ जी ठीक है। जिन्ना स्लोप ज्यादा होएगा
ਓਨੀ ਸਾਡੀ ਜਿਹੜੀ ਹੈ ਕਪੈਸਿਟੀ ਜਿਹੜੀ ਹੈ ਉਹ ਜ਼ਿਆਦਾ ਆਏਗੀ। ਤੇ ਬੇਟਾ ਸਲੋਪ ਕਿਹਦਾ ਜ਼ਿਆਦਾ ਹੈ? ਸਲੋਪ ਬੇਟਾ ਐਂਗਲ ਦੇ ਅਕੋਰਡਿੰਗ ਚੱਲਦੇ ਹਾਂ। ਜੇ ਆ ਐਂਗਲ ਬੇਟਾ 60 ਡਿਗਰੀ ਹੈ ਤੇ ਆ ਐਂਗਲ ਘੱਟ ਹੋਏਗਾ। ਕਿਸ ਦਾ ਐਂਗਲ ਜ਼ਿਆਦਾ ਹੈ ਬੇਟਾ? ਆਹ ਵਾਲਾ ਐਂਗਲ ਬੇਟਾ ਜ਼ਿਆਦਾ ਹੈ। ਕਪੈਸਿਟਰ A ਦਾ ਸਲੋਪ ਜ਼ਿਆਦਾ ਹੋਣ ਕਰਕੇ A ਦੀ ਕਪੈਸਿਟੀ ਜਿਹੜੀ ਹੈ ਇਟ ਵਿਲ ਬੀ ਗ੍ਰੇਟਰ ਦੈਨ ਕਪੈਸਿਟੀ ਆਫ B। ਕਪੈਸਿਟਰ A ਦੀ ਕਪੈਸਿਟੀ ਜਿਹੜੀ ਹੈ B ਨਾਲੋਂ ਜ਼ਿਆਦਾ ਹੋਏਗੀ, ਕਿਉਂਕਿ ਕਪੈਸਿਟੀ ਸਲੋਪ ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ। ਹਾਂਜੀ, ਕਲੀਅਰ? ਨਾਓ ਬੇਟਾ ਇਸ ਤੋਂ ਬਾਅਦ ਜਿਹੜਾ ਨੇ ਇਸ ਤਰ੍ਹਾਂ ਦੇ ਤੁਹਾਡੀ ਬੁੱਕਸ ਵਿੱਚ ਬੇਟਾ ਹੋਰ ਵੀ ਜਿਹੜੀਆਂ ਤੁਹਾਡੀ ਪ੍ਰੋਬਲਮਸ ਨੇ, ਜਿਨ੍ਹਾਂ ਨੂੰ ਤੁਸੀਂ ਇਸ ਚੀਜ਼ ਨੂੰ ਸਮਝ ਕੇ ਬੇਟਾ ਅੱਗੇ ਕਰ ਸਕਦੇ ਹੋ। ਥੈਂਕ ਯੂ।